ਚੀਨੀ ਪਾਉਂਦੇ ਸਨ ਚਿਉਂਟੀਆਂ ਨੂੰ, ਬਸ ਇੱਥੋਂ ਲੜਾਈ ਸ਼ੁਰੂ ਹੋਈ। ਸੋ ਕੀੜਿਆਂ ਨੂੰ ਸ਼ੱਕਰ ਪਾਉਂਦੇ ਸੀ, ਮੁਰਗੀਆਂ ਉਹਨਾਂ ਦੇ ਘਰੋਂ ਆਉਂਦੀਆਂ ਸੀ, ਆ ਕੇ ਕੀੜੇ ਖਾਂਦੇ। ਮੇਰਾ ਮੀਆਂ ਨੇ ਮਨਾ ਕੀਤਾ ਵੀ ਇਹਨਾਂ ਨੂੰ ਮਨਾ ਕਰੋ। ਉਹਨੇ ਕਿਹਾ ਨਹੀਂ ਅਸੀਂ ਨਹੀਂ ਮਨਾ ਹੋਣਾ, ਕੀੜੇ ਤੁਸੀਂ ਅੰਦਰ ਲੈ ਜਾਓ। ਆਪਣੇ ਮੁੰਡੇ ਨੇ ਕਿਹਾ ਕਿ ਮੈਂ ਤੇਰਾ ਬੰਦੋਬਸਤ ਕਰ ਲਾਂਗਾ। ਮੈਂ ਤੇ ਮੇਰਾ ਮੀਆਂ ਦਰਵਾਜ਼ੇ 'ਚ ਖਲੋਤੇ ਆ, ਬਾਬਾ ਜਿਹੜਾ ਵੀ ਉਹ ਲੰਘ ਕੇ ਗਿਆ ਸਾਡੇ ਵੱਲ ਘੂਰੀਆਂ ਪਾ ਕੇ, ਤੇ ਰੋਲੇ ਦੀ ਆਵਾਜ਼ ਆਈ ਹੈ ਮੈਨੂੰ, ਤੇ ਮੈਂ ਉੱਥੇ ਜਾ ਕੇ ਮੈਂ ਗਈ ਆ। ਪਿੱਛੇ ਦੇ ਪੁੱਤਰ ਨੇ ਜੱਫਾ ਪਾ ਰਿਹਾ ਤੇ ਪਿਓ ਇੱਟਾਂ ਮਾਰ ਕੇ ਉਹਦਾ ਸਾਰਾ ਸਿਰ ਖੂਨ ਹੋਇਆ। ਮੇਰੇ ਲੋ ਵੇਖੀ ਜਾਂਦਾ ਮੇਰੇ ਵੱਲ। ਉਹ ਕਹਿੰਦਾ ਹੁਣ ਮੈਂ ਕੱਲੀ ਸੁਣਿਆ ਹੁਣ ਮੈਂ सांस निकली, तुसी मौके ते मौजूद सो? हाँ जी, मैं क्या मैं की होया ते बस उन्होंने हाथ पैर छड़ दिते। बस लम्मे 2 साल लिते ने ते बस उत्थे मौके ते हो गए। हम लोगों ने 15 पे फ़ोन किया, पुलिस आए, उन्होंने ये वाकया किया ना, वो भाग गए थे यहाँ से, ताले लगा के भाग गए। अस्सलाम वालेकुम, मैं हूँ सैयद साइम अली और आप देख रहे हैं लीडर टीवी। जो हमारे साथ माँ जी मौजूद हैं, इनके शोहर को बेदर्दी से करने वाले जो हैं वो हमसाए हैं। वजह सिर्फ छोटी सी है कि इनके शोहर जो हैं वो चिंटियों को दाना डालते थे, उनको चीनी डालते थे। बस सिर्फ इस वजह से बहस होती है, बहस के बाद उस शख्स को कर दिया जाता है। तफसीलात उनकी फैमिली से जानते हैं। अस्सलाम वालेकुम। वालेकुम सलाम। अच्छा माँ जी, सिर्फ चीनी पाਉਂਦੇ ਸਨ ਚਿਉਂਟੀਆਂ ਨੂੰ, ਬਸ ਇੱਥੋਂ ਲੜਾਈ ਸ਼ੁਰੂ ਹੋਈ? ਬਸ ਮੇਰਾ ਪੁੱਤਰ ਇਹੋ ਹੀ, ਮੈਂ ਬਸ ਉਹ ਕੀੜਿਆਂ ਨੂੰ ਸ਼ੱਕਰ ਪਾਉਂਦੇ ਸੀ, ਮੁਰਗੀਆਂ ਉਹਨਾਂ ਦੇ ਘਰੋਂ ਆਉਂਦੀਆਂ ਸੀ, ਆ ਕੇ ਕੀੜੇ ਖਾਂਦੇ। ਮੇਰਾ ਮੀਆਂ ਨੇ ਮਨਾ ਕੀਤਾ ਵੀ ਇਹਨਾਂ ਨੂੰ ਮਨਾ ਕਰੋ। ਉਹਨੇ ਕਿਹਾ ਨਹੀਂ ਅਸੀਂ ਨਹੀਂ ਮਨਾ ਹੋਣਾ, ਕੀੜੇ ਤੁਸੀਂ ਅੰਦਰ ਲੈ ਜਾਓ ਆਪਣੇ। ਤੇ ਬਾਅਦ ਚ ਮੇਰੇ ਮੁੰਡੇ ਨੇ ਕਿਹਾ ਕਿ ਮੈਂ ਤੇਰਾ ਬੰਦੋਬਸਤ ਕਰ ਲਾਂਗਾ। ਮੈਂ ਤੇ ਮੇਰੇ ਮੀਆਂ ਨੂੰ ਮੈਂ ਧੱਕੀ ਭੇਜ ਦਿੱਤਾ ਕੰਮ ਤੇ। ਮੈਂ ਕਿਹਾ ਜਾਓ ਟਾਈਮ ਦਾ, ਡਿਊਟੀ ਦਾ ਟਾਈਮ ਹੋ ਗਿਆ। ਅੱਛਾ, ਜਿਸ ਦਿਨ ਬਹਿਸਬਾਜ਼ੀ ਹੋਈ ਹੈ ਉਸੇ ਦਿਨ ਹੋਇਆ? ਨਹੀਂ 4-5 ਦਿਨ ਠਹਿਰ ਕੇ ਹੋਇਆ ਸੀ। 4-5 ਦਿਨ ਪਹਿਲੇ ਨਹੀਂ, ਉਸ ਦਿਨ ਨਹੀਂ ਹੋਇਆ। 4-5 ਦਿਨ ਗੁਜ਼ਰੇ ਨੇ। 4-5 ਦਿਨਾਂ ਦੇ ਦਰਮਿਆਨ ਐਸਾ ਕੀ ਹੋਇਆ ਕਿ ਉਹਨਾਂ ਨੇ ਇਰਾਦਾ ਬਣਾ ਲਿਆ? ਪਤਾ ਨਹੀਂ। ਫਿਰ ਹੋਰ ਮੇਰਾ ਪੁੱਤਰ ਰੋਜ਼ ਜਾਣਦੇ, ਹੁਣ ਮੈਂ ਤਾਂ ਕੀ ਕਹਿ ਸਕਦੀ ਹਾਂ। ਤੇ ਮੈਂ ਤੇ ਮੇਰਾ ਮੀਆਂ ਦਰਵਾਜ਼ੇ 'ਚ ਖਲੋਤੇ ਆ। ਉਹਦਾ ਬਾਬਾ ਜਿਹੜਾ ਵੀ ਉਹ ਲੰਘ ਕੇ ਗਿਆ ਸਾਡੇ ਵੱਲ ਘੂਰੀਆਂ ਪਾ ਕੇ, ਜਿੱਦਣ ਉਹਨੇ ਕਰਨਾ ਸੀ। ਮੇਰਾ ਮੀਆਂ ਤੇ ਮੈਂ ਖਲੋਤੇ ਆ ਦਰਵਾਜ਼ੇ 'ਚ, ਤੇ ਉਹ ਲੰਘਿਆ 2 ਵਾਰੀ ਸਾਡੇ ਵੱਲ ਘੂਰੀਆਂ ਪਾ ਕੇ। ਤੇ ਉਹ ਫਿਰ ਮੇਰਾ ਮੀਆਂ ਕਿ ਉਹ ਬਾਬਾ ਚਲਾ ਕੇ ਉੱਧਰ ਨੂੰ ਰੇਤ ਵਾਲੇ ਪਾਸੇ। ਉਹਨੇ ਸੁਣ ਲਿਆ ਹੋਣਾ ਕਿ ਕਹਿੰਦੀ ਬਿੱਲ ਜਮ੍ਹਾਂ ਕਰਾਇਆ ਜਾ ਕੇ। ਤੇ ਉਹ ਗਏ ਨੇ, ਬਿੱਲ ਜਮ੍ਹਾਂ ਕਰਾਉਣ ਗਏ ਨੇ। ਤੇ ਮੈਂ 5-10 ਮਿੰਟ ਹੋਏ ਨੇ ਤੇ ਰੋਲੇ ਦੀ ਆਵਾਜ਼ ਆਈ ਹੈ ਮੈਨੂੰ। ਤੇ ਮੈਂ ਉੱਥੇ ਜਾ ਕੇ ਮੈਂ ਗਈ ਆ। ਪਿੱਛੇ ਦੇ ਪੁੱਤਰ ਨੇ ਜੱਫਾ ਪਾ ਰਿਹਾ ਤੇ ਪਿਓ ਇੱਟਾਂ ਮਾਰ ਕੇ ਉਹਦਾ ਸਾਰਾ ਸਿਰ ਖੂਨ ਹੋਇਆ। ਮੇਰੇ ਲੋ ਵੇਖੀ ਜਾਂਦਾ ਮੇਰੇ ਵੱਲ। ਉਹ ਕਹਿੰਦਾ ਨਾ ਮੈਂ ਤੈਨੂੰ ਛੱਡ ਕੇ ਤੁਰ ਚੱਲਾ ਹੁਣ। ਬਾਬਾ ਮੈਨੂੰ ਗਾਲਾਂ। ਜਿਸ ਟਾਈਮ ਉਹਨਾਂ ਦੀ सांस ਨਿਕਲੀ, ਤੁਸੀਂ ਮੌਕੇ ਤੇ ਮੌਜੂਦ ਸੋ? हाँ जी, मैं ਕਿਹਾ ਕੀ ਹੋਇਆ ਤੇ ਬਸ ਉਹਨਾਂ ਨੇ ਹੱਥ ਪੈਰ ਛੱਡ ਦਿੱਤੇ। ਬਸ ਲੰਮੇ 2 ਸਾਲ ਲਿੱਤੇ ਨੇ ਤੇ ਬਸ ਉੱਥੇ ਮੌਕੇ ਤੇ ਹੋ ਗਏ। ਉਹ ਮੰਜੀ ਅਸੀਂ ਘਰੋਂ ਖੜੀ, ਉਹ ਵੇਖੋ ਗਿਆ ਮੰਜੀ ਨੂੰ ਸਾਰਾ ਭਰੀ ਨਾਲ। ਤੇ ਕਿੰਨੀ ਦੇਰ ਤੋਂ ਬਾਅਦ ਪੁਲਿਸ ਪਹੁੰਚੀ ਸੀ? ਪੁਲਿਸ ਰਾਤ ਨੂੰ ਆਈ ਸੀ, ਸ਼ਾਮ ਨੂੰ। ਇਹ ਵਾਕਿਆ ਕਿਸ ਟਾਈਮ ਹੋਇਆ? 12 ਤਰੀਕ ਨੂੰ। ਕਿਸ ਟਾਈਮ ਕੀ ਸੀ? ਸਵੇਰ ਦੇ 11:30 ਦਾ ਟਾਈਮ। 11 ਦਾ ਟਾਈਮ ਸੀ। ਤੇ ਪੁਲਿਸ ਕਿਸ ਟਾਈਮ आई? ਪੁਲਿਸ ਕਿਦੋਂ ਆਈ ਸੀ पता? पुलिस फिर जब सुबह के 11:30 बजे का वाकया हुआ ना, तो फिर पहुंची है पुलिस, तो पहुंची है, मौके पे आई थी। ऐसे झूठ क्यों, सही बात अच्छी है, पहुंची है। फिर आगे उन लोगों ने हम लोगों को बताया कि उसकी फैमिली का, चूँकि जब वाकया हुआ है ना 11:30 बजे, तब हम लोगों ने 15 पे फ़ोन किया, पुलिस आए, उन्होंने हम आए। तब तक ये घर जिन्होंने ये वाकया किया ना, वो भाग गए थे यहाँ से, ताले लगा के भाग गए। पुलिस वालों ने मुझे बोला कि उसका फैमिली का आदमी का पकड़ाओ हमें। फिर मैं उसकी फैमिली का, उनको कुछ रिश्तेदार पकड़वाया। फिर उसको हमने लेके गए थाने, पुलिस वाले भी साथ में। अभी 1 घंटा 2 घंटे के बाद ना, फिर फ़ौरन जिसने मुलज़म ने किया ना बाबे ने, फिर वो फ़ौरन वहाँ पेश हुआ। पुलिस ने किया काम, बीच में नहीं भी किया, बीच में किया भी इन लोगों ने। ये वाकया हुआ। अच्छा, करते क्या थे बुजुर्ग? मेरा मियाँ ने मिश्री शाह ने उत्थे ਉਹ ਲੱਗੇ ਸਨ, ਨੌਕਰੀ ਕਰਦੇ ਸੀ, ਗਾਰਡ ਦੀ ਨੌਕਰੀ ਕਰਦੇ ਸੀ। 25,000 ਰੁਪਇਆ ਲੈਂਦੇ ਸੀ ਉਹ ਵਿਚਾਰੇ। ਉਮਰ ਕਿੰਨੀ ਸੀ? 70 ਸਾਲ। ਅੱਛਾ, 70 ਸਾਲ ਦੀ ਉਮਰ ਵਿੱਚ ਵੀ ਕੰਮ ਕਰ ਰਹੇ ਸੀ? ਹਾਂਜੀ। ਉਹ ਮੇਰੇ ਵਾਸਤੇ ਵਿਚਾਰਾ ਕਹਿੰਦਾ ਸੀ ਤੂੰ ਕਿਸੇ ਕੋਲ ਮਥਾਜ ਨਾ ਕਿਸੇ ਦੀ ਹੋਵੇ ਤੂੰ ਕੋਈ ਵੀ। ਉਹ ਵਿਚਾਰਾ ਕੰਮ ਤੇ ਜਾਂਦਾ, 200-400 ਨਾਲ ਮੇਰਾ ਪੁੱਤਰ ਘਰ ਦਾ ਗੁਜ਼ਾਰਾ ਹੁੰਦਾ ਕੋਈ। ਉਹ ਵਿਚਾਰਾ 25,000 ਲਿਆਂਦਾ ਸੀ, 20 ਮੈਨੂੰ ਉਹਨੇ ਦੇ ਦੇਣਾ। 20 ਨਾਲ ਵੀ ਮੇਰਾ ਗੁਜ਼ਾਰਾ ਨਹੀਂ ਸੀ ਨਾ ਮਹੀਨੇ 'ਚ ਹੁੰਦਾ। ਕਬੀਲ ਵੀ। ਅੱਛਾ, ਪਹਿਲੇ ਵੀ ਕਦੀ ਲੜਾਈ ਝਗੜਾ ਕਿਸੇ ਦੇ ਨਾਲ ਹੋਇਆ? ਨਹੀਂ, ਮੇਰਾ ਪੁੱਤਰ ਇੱਥੇ ਕਿਸੇ ਨਾਲ ਨਹੀਂ ਹੋਇਆ। ਕਿਸੇ ਨੂੰ ਬੁਲਾਉਂਦੇ ਹੀ ਨਹੀਂ ਇੱਥੇ ਹੈਗੇ ਕੋਈ ਵੀ। तो कोई होन खबर, कोई वजह सामने आ रही है कि अचानक उन्होंने दिमाग में ऐसी दरिंदगी वाला ख्याल क्यों आया है? नहीं पुत्र, मेरा किसी के दिल का की पता है। हुण मैनू
ਮੈਂ ਤੈਨੂੰ ਮੇਰੇ ਦਿਲ ਦਾ ਪਤਾ, ਮੇਰੇ ਦਿਲ 'ਚ ਕੀ ਮੇਰਾ ਪੁੱਤਰ ਕਿਸੇ ਦੇ ਦਿਲ ਦਾ ਕੀ। ये कहते होते थे कि भाई आप लोग मुर्गियों को अपने घर में रखो, इसी बात का आपके वाला साहब जी, इसी बात का वो तो नेकी करते थे ना, बुरा बुरा काम तो वो करते नहीं थे, जिसकी वजह से वो ये मना करते थे। वो न जाने क्या सोचते थे, क्या बात करते थे, दिल में क्या सोचते थे, करते करते इस तरह का वाक़या कर दिया कि पकड़ के कर दिया। ये कोई बात तो नहीं है, कोई बात हो तो इंसान चलो कुछ इशू भी लेता है कि ये हो गया वो हो गया, ये तो बात ही कोई नहीं है। ज़रा सी है, उन लोगों ने कीड़ों को डालते हैं तो वो मुर्गी आ गई, यही आपको कह दी और आप लोग पकड़ के कर दो। बहुत ज़्यादती की। हम लोगों को सिर्फ इंसाफ चाहिए। हमारे बड़े अहकाम से यही है कि हमें इंसाफ दिलाएं बस। अच्छा मुझे बताएं, पुलिस की तरफ से क्या कोऑपरेट किया जा रहा है, कार्रवाई कर रहे हैं? ਮੈਂ ਉੱਥੇ ਗਈ ਸਾਂ, ਉਹਨਾਂ ਕਾਰਵਾਈ ਕੋਈ ਨਹੀਂ ਸੀ ਕੀਤੀ, ਉਹ ਬੇਟੇ ਨੂੰ ਫੜਦੇ ਹੀ ਨਹੀਂ ਸਨ। ਮੈਂ ਗਈ, ਮੈਂ ਕਿਹਾ ਨਾ ਤੁਸੀਂ ਸਾਨੂੰ ਪੋਸਟਮਾਰਟਮ ਰਿਪੋਰਟਾਂ ਵੀ ਨਹੀਂ ਦਿੰਦੇ, ਨਾ ਕੁਛ ਕਰਦੇ ਹੋ। ਉਹ ਐਸਐਚਓ ਨੂੰ ਮੈਂ ਕਿਹਾ ਭਾਈ ਉਹ ਰਿਪੋਰਟ ਦੇ ਦਿਓ। ਨਹੀਂ ਤੇ ਮੈਂ ਕਿਹਾ ਉਹਦਾ ਪੁੱਤਰ ਬਾਹਰ ਲਗਾ ਫਿਰਦਾ, ਨੂੰ ਫੜੋ। ਉਹਨੇ ਕਿਹਾ ਬੀਬੀ ਤੁਸੀਂ ਜਾ ਕੇ ਦੱਸੋ ਕਿੱਥੇ ਹੈਗਾ ਵੇ। ਮੈਂ ਕਿਹਾ ਮੈਂ ਕਿੱਥੇ ਤੁਹਾਨੂੰ ਦੱਸਾਂ, ਮੈਂ ਤਾਂ ਕੀ ਕਹਿੰਦਾ ਤੁਸੀਂ ਫੜਾਓ? ਹਾਂ ਕਹਿੰਦਾ ਤੁਸੀਂ ਪਤਾ ਕਰੋ ਕਿੱਥੇ ਹੈਗਾ, ਅਸੀਂ ਜਾ ਕੇ ਫੜ ਲਾਂਗੇ, हम जाके पकड़ ले। ਪਕੜ ਲਾਂਗੇ। ਮੈਂ ਕਿਹਾ ਮੈਨੂੰ ਕੀ ਪਤਾ ਕਿੱਥੇ ਰਹਿੰਦਾ। ਮੈਂ ਕਿਹਾ ਤੁਸੀਂ ਫੜੋ ਨਾ ਮੇਰੇ ਪਿਓ ਨੂੰ, ਗੱਡੀ ਦੇ ਵਿੱਚ ਬਿਠਾਓ ਉਹਨੂੰ, ਬਿਠਾ ਕੇ ਉਹਨੂੰ ਪੁੱਛੋ ਤੇਰਾ ਪੁੱਤਰ ਕਿੱਥੇ ਵੇ। ਤੇ ਫਿਰ ਆਪਣਾ ਕਹਿੰਦਾ ਬੀਬੀ ਜਾ ਆਰਾਮ ਨਾਲ ਨਾ ਜਾ ਕੇ ਉਹਨਾਂ ਤੇ ਕੰਮ ਕਰ। ਫਿਰ ਮੈਂ ਕਿਹਾ ਉਹ ਰਿਪੋਰਟਾਂ ਦੇ ਦਿਓ ਸਾਨੂੰ ਜਿਹੜੀਆਂ ਪੋਸਟਮਾਰਟਮ ਦੀਆਂ। ਤੇ ਉਹ ਕਹਿੰਦੇ ਨੇ ਜਦੋਂ ਮਿਲਣ ਗਿਆ, ਨਹੀਂ ਤੇ ਆਪ ਹੀ ਜਾ ਕੇ ਨਾ ਮੈਂ ਉਹ ਹਸਪਤਾਲ ਮਿਲਦੀਆਂ ਨੇ ਉੱਥੋਂ ਲੈ ਆਵੋ। ਤੇ ਮੈਂ ਕਿਹਾ ਤੁਸੀਂ ਫਿਰ ਘਰ ਵਾਸਤੇ ਇੱਥੇ ਬੈਠੇ ਹੋ ਜੇ, ਮੈਂ ਮੈਨੂੰ ਕੀ ਪਤਾ ਮੈਂ ਉਹ ਹਸਪਤਾਲ ਕਿੱਥੇ। ਮੇਰਾ ਤੇ ਮੀਆਂ ਮੈਨੂੰ ਬਾਹਰ ਜਾਣ ਨਹੀਂ, ਮੈਂ ਤੇ ਮੇਰਾ ਪੁੱਤਰ ਹਾਂਡੀ ਤੱਕ ਨਹੀਂ ਸਕਦੀ ਲੈਣ ਗਈ। ਮੈਨੂੰ ਤੇ ਪਤਾ ਨਹੀਂ ਹੈ ਬਾਜ਼ਾਰ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ। ਮੈਨੂੰ ਤਾਂ ਸ਼ੁਰੂ ਤੋਂ ਆਦਤ ਹੈ। ਆਮਰ ਰੋਡ ਤੇ ਵੀ ਅਸੀਂ ਰਹਿੰਦੇ ਸਾਂ, ਮੈਂ ਉੱਥੇ ਮੇਰਾ ਮੀਆਂ। ਕਿੰਨੇ ਸਾਲ ਤੁਹਾਡੇ ਹੋਏ ਨੇ ਸ਼ਾਦੀ ਨੂੰ? ਤਕਰੀਬਨ 1979 ਚ ਹੋਈ ਸੀ। 79 ਵਿੱਚ ਤਕਰੀਬਨ ਕੋ 50 ਸਾਲ ਦੇ ਕਰੀਬ 50-60 ਸਾਲ ਹੋ ਤੇ ਹੁਣ 15 ਦਿਨ ਹੋ ਗਏ ਨੇ, ਬਿਲਕੁਲ ਅਲੱਗ ਹੈ। ਬਸ ਹੁਣ ਮੇਰਾ ਮੀਆਂ ਚਲਾ ਗਿਆ। ਇੰਨਾ ਮੇਰੇ ਨਾਲ ਪਿਆਰ ਕਰਦਾ ਸੀ। ਉਹਨੇ ਕਹਿਣਾ ਮੈਡਮ ਕੀ ਖਾਣਾ ਜਾਂਦੀ ਤੂਫਾਨਾਂ ਨੇ ਕਹਿਣਾ ਮੈਡਮ ਤੈਨੂੰ ਬੋਤਲ ਪਿਆ ਕੇ ਮੈਂ ਜਾਣਾ ਵਾਂ ਕੰਮ ਤੇ। ਮੈਂ ਕਿਹਾ ਨਹੀਂ ਰਹਿਣ ਦੋ ਕਹਿੰਦੇ ਨਹੀਂ ਪਿਆ। ਯਾਦ ਆਂਦੀ ਹੈ ਤੇ ਹੋਰ ਕੀ, ਮੈਂ ਤੇ ਉਹਦੇ ਤੋਂ ਬਗੈਰ ਜੇ ਕੰਮ ਤੇ ਜਾਂਦੇ ਮੈਂ ਪਿੱਛੋਂ ਫੋਨ ਕਰੀ ਜਾਣਾ ਰਾਤ ਦੇ 11 ਵਜੇ ਤੱਕ। ਉਹਨਾਂ ਕਹਿਣਾ ਹੁਣ ਤੂੰ ਲੇਟ ਜਾ, ਬਸ ਆਰਾਮ ਕਰ, ਹੁਣ ਬਸ ਕਰ, ਹੁਣ ਨਾ ਕਰੀ ਫੋਨ। ਸਵੇਰ ਜਦੋਂ ਉਹਨਾਂ ਨੇ ਆਉਣਾ ਵੇ ਤੇ ਮੈਂ ਉੱਠ ਕੇ ਬੈਠੀ ਹੁੰਦੀ ਸਾਂ 7 ਵਜੇ। ਮੈਂ ਦਰਵਾਜ਼ਾ ਖੋਲ੍ਹ ਰਿਹਾ ਨਾ, ਮੈਨੂੰ ਬਰਫ਼ ਖਾਣੀ। ਉਹਨਾਂ ਕਹਿਣਾ ਕੂਲਰ 'ਚ ਪਾ ਦੇ ਬਰਫ਼, ਤੇ ਨਾਲ ਉਹਨਾਂ ਜੋ ਮੇਰਾ ਲਿਆਂਦਾ ਉਹ ਖਾਣਾ ਪੀਣਾ। ਤੇ ਮਤਲਬ ਇਸ ਉਮਰ ਦੇ ਵਿੱਚ ਵੀ ਉਹ ਤੁਹਾਡੇ ਨਾਲ ਮੁਹੱਬਤ ਜੀ ਮੇਰੇ ਨਾਲ ਬਹੁਤ ਪਿਆਰ, ਮੇਰੇ ਤੋਂ ਬਗੈਰ ਘੜੀ ਵੀ ਨਹੀਂ ਸੀ ਰਹਿੰਦੇ। ਕੋਈ ਇਹਨੂੰ ਪੁੱਛ ਲਓ ਮੇਰੇ ਨਾਲ ਕਿੰਨਾ ਉਹ ਪਿਆਰ ਕਰਦੇ ਸਰ। ਮੇਰੇ ਉਹਨੇ ਕਹਿਣਾ ਤੂੰ ਕੋਈ ਕੰਮ ਨਾ ਕਰ, ਬਹਿ ਜਾ ਤੂੰ। ਮੈਂ ਹਾਂਡੀ ਲਿਆਣਾ, ਮੈਂ ਪਕਾਨਾ ਵਾ, ਪਤੀਲੀ ਵੀ ਨਾ ਧੋ, ਮੈਂ ਆਪੇ ਆ ਕੇ ਧੋ ਲਾਂਗਾ। ਮੈਂ ਕਿ ਨਹੀਂ ਚੱਲ ਮੈਂ ਧੋ ਦੇਣੀ ਆਂਦਿਆਂ ਨੂੰ। ਤੇ ਉਹ ਵਿਚਾਰਿਆਂ ਨੂੰ ਮੈਂ ਕੱਟ ਕੇ ਸਮਾਨ ਦੇਣਾ। ਜਦੋਂ ਉਹਨਾਂ ਦੀ ਸਾਂਸ ਨਿਕਲੀ ਤੁਹਾਡੇ ਹੱਥਾਂ ਦੇ? ਹਾਂਜੀ ਮੇਰੇ ਵੱਲੋਂ ਵੇਖੀ ਜਾਂਦੇ ਸੀ ਮੇਰੇ ਵੱਲੋਂ। ਉਹ ਕਹਿੰਦਾ ਹੁਣ ਮੈਂ ਇਕੱਲੀ ਤੂੰ ਰਹਿ, ਹੁਣ ਮੈਂ ਮੇਰਾ ਦਿਲ ਨਹੀਂ ਲੱਗਦਾ, ਮੇਰਾ ਦਿਲ ਕਰਦਾ ਮੈਂ ਤੇ ਮਰ ਜਾਵਾਂ। ਮੇਰਾ ਦਿਲੋਂ ਬਦਵਾਵਾਂ ਨਿਕਲ ਰਹੀਆਂ ਨੇ ਇਹਨਾਂ ਦੇ ਵਾਸਤੇ। ਬਾਦਵਾ ਮੇਰਾ ਦਿਲ ਕਰਦਾ ਮੈਂ ਫੇਰ ਲੱਭ ਰਿਹਾ ਆਪ ਨੂੰ, ਮੈਂ ਵੀ ਉਹਦੇ ਪਿੱਛੇ ਚੱਲੀ ਜਾਂ ਮੇਰਾ ਰਹਿਣ ਤੇ ਦਿਲ ਨਹੀਂ ਕਰਦਾ ਕੋਈ। ਚਲੋ ਉਹ ਤੇ ਦੁਨੀਆ ਤੋਂ ਪਰਦਾ ਕਰ ਗਿਆ ਨਾ, ਉਹ ਤੇ ਇੱਕ ਹਿਸਾਬ ਸੀ। ਹੁਣ ਤੁਸੀਂ ਚਾਹ ਰਹੇ ਹੋ ਅੱਲਾਹ ਤਾਲਾ ਇਹ ਕਰੇ ਕਿ ਇਨਸਾਫ ਜਿਹੜਾ ਹੈ ਤੁਹਾਨੂੰ ਮਿਲ ਜਾਵੇ। ਮੈਂ ਮਰੀਮ ਨੂੰ ਕਹਿੰਦੀ ਅੱਲਾਹ ਕਰੇ ਮੈਨੂੰ ਇਨਸਾਫ, ਮੇਰੀ ਧੀ ਦੁਆਰੇ ਤੇਰੀ ਮਿਹਰਬਾਨੀ ਹੈ। ਜੇ ਤੂੰ ਮੈਨੂੰ ਆਪਣੀ ਮਾਵਾਂ ਬਜਾ ਸਮਝਦੀ ਹੈ ਤੇ ਮੈਨੂੰ ਇਨਸਾਫ ਬਸ ਦਵਾ ਦੇ, ਇਹਨਾਂ ਨੂੰ मौत ते खूह तक पहुँचा दे, तेरी मेहरबानी है, तेरे के हाथ जोड़ने हैं हमें। हमारी आला हुकाम से गुजारिश सिर्फ इतनी है कि खुदारा इस फैमिली को इंसाफ दिया जाए। अपने मेज़बान को इजाज़त दीजिए। अल्लाह ने के बान।